ਕੁਰਾਲੀ ਦੇ ਮਲਟੀ ਖੇਡ ਸਟੇਡੀਅਮ ਵਿਖੇ ਆਲ ਇੰਡੀਆ ਫੁੱਟਬਾਲ ਐਸੋਸੀਏਸ਼ਨ ਦੁਆਰਾ ਡੀ ਲਾਇਸੈਂਸ ਦਾ ਕੋਰਸ ਹੋਇਆ ਸ਼ੁਰੂ। ਪੂਰੇ ਦੇਸ਼ ਭਰ ਤੋਂ 24 ਪਾਰਟਿਸਪੈਂਟ ਕਰ ਰਹੇ ਹਨ ਸ਼ਮੂਲੀਅਤ। ਫੁੱਟਬਾਲ ਖੇਡ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਰਤ ਦਾ ਨਾਮ ਕਰਨਗੇ ਰੋਸ਼ਨ। ਫੁੱਟਬਾਲ ਖੇਡ ਦੀ ਗੱਲ ਕਰੀਏ ਤਾਂ ਲਗਾਤਾਰ ਕੁਰਾਲੀ ਦੇ ਖੇਡ ਸਟੇਡੀਅਮ ਦੇ ਵਿੱਚ ਇੱਕ ਤੋਂ ਬਾਅਦ ਇੱਕ ਇਵੈਂਟ ਹੁੰਦੇ ਨਜ਼ਰ ਆਉਂਦੇ ਨੇ, ਜਿੱਥੇ ਪਿਛਲੇ ਦਿਨੀ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੁਆਰਾ ਇੱਕ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਇੱਥੇ ਕਰਵਾਏ ਗਏ ਸਨ, ਜਿਸ ਦੇ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਯੋਧਾ ਸਿੰਘ ਮਾਨ ਦੁਆਰਾ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ ਸੀ। ਤੇ ਉਸ ਤੋਂ ਬਾਅਦ ਅੱਜ ਇੱਕ ਨਵਾਂ ਡੀ ਲਾਇਸੈਂਸ ਕੋਰਸ ਆ ਜਿਹੜਾ ਉਹ ਸ਼ੁਰੂ ਕੀਤਾ ਗਿਆ ਹੈ। ਤਸਵੀਰਾਂ ਮੈਂ ਕਹਾਂਗਾ ਇੱਕ ਵਾਰ ਸਾਂਝੀਆਂ ਜ਼ਰੂਰ ਕਰ ਦਿੱਤੀਆਂ ਜਾਣ, ਜਿੱਥੇ ਦੇਸ਼ ਦੇ ਪੂਰੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਰਾਜਾਂ ਤੋਂ 24 ਦੇ ਕਰੀਬ ਪਾਰਟਿਸਪੈਂਟ ਨੇ ਜਿਹੜੇ ਉਹ ਇੱਥੇ ਮਾਹਿਰ ਕੋਚਾਂ ਦੁਆਰਾ ਇੰਡੀਅਨ ਫੁੱਟਬਾਲ ਫੈਡਰੇਸ਼ਨ ਐਸੋਸੀਏਸ਼ਨ ਦੁਆਰਾ ਜਿਹੜੇ ਮਾਹਿਰ ਕੋਚ ਨੇ ਜਿਨ੍ਹਾਂ ਨੇ ਕੋਰਸ ਕੀਤੇ ਹੋਏ ਨੇ, ਉਹਨਾਂ ਦੇ ਐਫੀਲੀਏਟਡ ਕੋਚ ਨੇ, ਉਹਨਾਂ ਦੁਆਰਾ ਡੀ ਲਾਇਸੈਂਸ ਕੋਰਸ ਦੀ ਤਿਆਰੀ ਹੈ ਜਿਹੜੀ ਉਹ ਚੱਲ ਰਹੀ ਹੈ। ਤੇ ਜੋ ਆਏ ਹੋਏ ਪਾਰਟਿਸਪੈਂਟਸ ਨੇ ਉਹਨਾਂ ਨੂੰ ਪ੍ਰੈਕਟੀਕਲ ਦੇ ਨਾਲ ਥਿਊਰੀ ਸੈਸ਼ਨ ਵੀ ਕਰਵਾਇਆ ਜਾ ਰਿਹਾ ਹੈ। ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਰੋਜ਼ਾਨਾ ਹੀ ਮਾਰਨਿੰਗ ਤੇ ਈਵਨਿੰਗ ਬੈਚ ਆ ਜਿਹੜਾ ਇੱਥੇ ਸ਼ੁਰੂ ਕੀਤਾ ਗਿਆ ਹੈ। ਤੇ ਉਸ ਦੇ ਵਿੱਚ ਗੱਲਬਾਤ ਕਰਦੇ ਆ ਆਏ ਹੋਏ ਦੂਸਰੇ ਰਾਜਾਂ ਤੋਂ ਆਏ ਹੋਏ ਕੋਚ ਸਾਹਿਬਾਨ ਦੇ ਨਾਲ, ਕੁਰਾਲੀ ਤੋਂ ਵਿਸ਼ੇਸ਼ ਤੌਰ ਤੇ ਜਸਮੀਤ ਸਿੰਘ ਮਿੰਟੂ ਦੇ ਨਾਲ, ਕਿ ਕੀ ਕਹਿਣਾ ਚਾਹੁੰਦੇ ਆ ਇਸ ਕੋਰਸ ਬਾਰੇ, ਕੀ ਫਾਇਦੇ ਇਸ ਕੋਰਸ ਦੇ ਖਿਡਾਰੀਆਂ ਨੂੰ ਮਿਲ ਸਕਦੇ ਨੇ। ਸਰ ਕੀ ਨਾਮ ਹੈ ਜੀ? ਮੇਰਾ ਨਾਮ ਗੁਰਤੇਜ ਸਿੰਘ ਹੈ ਜੀ, ਤੇ ਮੈਂ ਰੋਪੜ ਤੋਂ ਜੀ ਆਇਆ ਜੀ। ਤੇ ਸਾਡਾ ਡੀ ਲਾਇਸੈਂਸ ਕੋਰਸ ਜਿਹੜਾ ਕੋਚਿੰਗ ਕੋਰਸ ਆ ਉਹ ਚੱਲ ਰਿਹਾ ਜੀ ਇੱਥੇ, ਜਿਹੜਾ ਕਿ ਜਸਮੀਤ ਭਾਜੀ ਵੱਲੋਂ ਕੰਡਕਟ ਕੀਤਾ ਗਿਆ ਹੈ ਜੀ। ਤੇ ਡੀ ਲਾਇਸੈਂਸ ਕੋਰਸ ਹੈ ਜੀ AFF ਵੱਲੋਂ ਕੋਚਿੰਗ ਕੋਰਸ ਹੈ ਜੀ, ਜਿਹੜਾ ਕਿ ਅਸੀਂ ਜਿਸ 'ਚ ਭਾਗ ਲਿਆ ਵਾ ਜੀ। ਇਹਦੇ ਸਰ ਬੈਨੀਫਿਟਸ ਕੀ ਨੇ ਅੱਗੇ ਫਿਊਚਰ 'ਚ? ਜਿੱਦਾਂ ਹੁਣ ਅਸੀਂ ਫੁੱਟਬਾਲ ਖੇਡ ਰਹੇ, ਮੈਂ ਹਜੇ ਫੁੱਟਬਾਲ ਖੇਡ ਰਿਹਾ, ਪ੍ਰੋਫੈਸ਼ਨਲ ਫੁੱਟਬਾਲ ਖੇਡ ਰਿਹਾ ਹੈ, ਤਾਂ ਜੇ ਆਪਾਂ ਕੋਰਸ ਨਾਲ ਕਰੀ ਜਾਵਾਂਗੇ ਤਾਂ ਅੱਗੇ ਫਿਊਚਰ 'ਚ ਮਤਲਬ ਅਸੀਂ ਕੋਚ ਐਜ਼ ਏ ਕੋਚ ਬਣਨ ਲਈ ਨਾ ਸਾਨੂੰ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ। ਜਿੱਦਾਂ AFF ਨੇ ਰੱਖੇ ਹੋਏ ਆ ਕੋਚਿੰਗ ਕੋਰਸਿਸ ਆ, ਜਿੱਦਾਂ D ਹੈ ਜੀ, B, ਉਸ ਤੋਂ ਬਾਅਦ ਫਿਰ ਆ ਜਾਂਦਾ B, ਨਹੀਂ C ਸੌਰੀ, ਫਿਰ B, ਫਿਰ A, ਇੱਦਾਂ ਫਿਰ ਕੋਚਿੰਗ ਕੋਰਸ ਕੋਰਸ ਨੂੰ ਕਰਕੇ ਤੁਸੀਂ ਆਪਣੇ ਕੈਰੀਅਰ ਵਜੋਂ ਵੀ ਅਪਣਾ ਸਕਦੇ ਹੋ ਜੀ? ਹਾਂਜੀ ਜ਼ਰੂਰ ਜੀ। ਜੇ ਇੱਦਾਂ ਹੁਣ D ਕੋਰਸ ਆ, ਉਸ ਤੋਂ ਬਾਅਦ ਫਿਰ ਅਸੀਂ ਕੁਛ ਟਾਈਮ ਹੁੰਦਾ ਜੀ, ਫਿਰ ਉਸ ਤੋਂ ਬਾਅਦ ਅਸੀਂ A C ਕਰ ਸਕਦੇ ਆ ਜੀ। ਤੇ ਇਹਦੇ ਫਿਰ ਜਿੱਦਾਂ ਇਹ ਅਪਗ੍ਰੇਡ ਹੁੰਦੇ ਰਹੂਗੇ ਜੀ ਸਾਡਾ ਇੱਦਾਂ, ਤੇ ਸਾਡੀ ਨੌਲੇਜ 'ਚ ਵੀ ਵਾਧਾ ਹੋਊਗਾ, ਤਾਂ ਕਿ ਅਸੀਂ ਫਿਰ ਅੱਗੇ ਜਿਹੜੇ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਅਸੀਂ ਚੰਗਾ ਫੁੱਟਬਾਲ ਸਿਖਾ ਸਕਾਂਗੇ। ਬੇਸਿਕ ਸਰ ਕੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਕੋਰਸ ਦੇ ਵਿੱਚ? ਸਾਨੂੰ ਬਸ ਬੇਸਿਕ ਚੀਜ਼ਾਂ D 'ਚ ਤਾਂ ਸਾਨੂੰ ਬੇਸਿਕ ਚੀਜ਼ਾਂ ਦੱਸੀ ਜਾ ਰਹੀ ਹੈ ਵੀ ਤੁਸੀਂ ਇਹ ਦਰਅਸਲ 6 ਸਾਲ ਤੋਂ ਲੈ ਕੇ ਆਪਾਂ 12 ਸਾਲ ਦੇ ਬੱਚੇ ਤੱਕ ਅਸੀਂ ਕਰਾ ਸਕਦੇ ਹਾਂ ਪ੍ਰੈਕਟਿਸ ਉਹਨਾਂ ਨੂੰ। ਤੇ ਉਹ 'ਚ ਦੱਸਦੇ ਬੇਸਿਕ ਉਹਨਾਂ ਨੂੰ ਪਾਸ ਕਰਨ ਕਿੱਦਾਂ ਕਰਨਾ ਹੈ, ਤੁਸੀਂ ਬਾਲ ਨਾਲ ਕਿੱਦਾਂ, ਮਤਲਬ ਉਹਨਾਂ ਨੂੰ ਅਸੀਂ ਬੇਸਿਕ ਚੀਜ਼ਾਂ ਸਿਖਾਉਣੀਆਂ ਜੀ ਇਹਦੇ 'ਚ ਸਾਰੀਆਂ। ਹਾਂਜੀ ਕਿੰਨੇ ਦਿਨ ਦਾ ਸਰ ਕੋਰਸ ਹੁੰਦਾ ਜੀ? ਇਹ ਹੈਗਾ ਸਾਡਾ 5 ਦਿਨ ਦਾ ਕੋਰਸ ਹੈ ਜੀ। ਹਾਂਜੀ। ਤੇ ਰਹਿਣ ਸਹਿਣ ਰਿਫਰੈਸ਼ਮੈਂਟ ਦਾ ਖਰਚਾ ਫਿਰ ਇਹ ਸਾਰਾ ਜਿੱਦਾਂ ਕਿ ਇਹਨਾਂ ਨੇ ਜਿੱਦਾਂ ਦੱਸਿਆ ਵੀ ਅਸੀਂ ਫੀਸ ਦਿੱਤੀ ਹੁੰਦੀ ਆ, ਫਿਰ ਸਾਰਿਆਂ ਨੂੰ ਉੱਥੇ ਰਹਿਣਾ ਸਹਿਣਾ ਜਸਮੀਤ ਭਾਜੀ ਵੱਲੋਂ ਕੀਤਾ ਗਿਆ ਵਾ ਜੀ। ਵਧੀਆ ਮਿਲ ਰਿਹਾ? ਹਾਂਜੀ ਸਾਰਾ ਕੁਝ ਵਧੀਆ ਚੱਲ ਰਿਹਾ ਜੀ। ਨਹੀਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਜੀ ਹੈਗੀ, ਸਾਰਾ ਕੋਰਸ ਵਧੀਆ ਚੱਲ ਰਿਹਾ ਜੀ। ਕੋਈ ਸਰ ਥਿਊਰੀ ਕਲਾਸਿਸ ਹੁੰਦੀ ਹੈ ਇਹਦੇ 'ਚ? ਥਿਊਰੀ ਕਲਾਸਿਸ ਹੋਈਆਂ ਜੀ ਸਾਡੀਆਂ 3 ਦਿਨ ਲਗਾਤਾਰ ਥਿਊਰੀ ਕਲਾਸਿਸ ਵੀ ਹੁੰਦੀਆਂ, 2 ਵਾਰੀ ਹੁੰਦੀਆਂ, ਸਗੋਂ ਕਿ ਸੈਸ਼ਨ 2 ਸੈਸ਼ਨ ਲੱਗੇ ਤੇ ਇੱਕ ਦਿਨ 'ਚ, ਤੇ 2 ਪ੍ਰੈਕਟੀਕਲ ਸੈਸ਼ਨ ਹੁੰਦੇ ਆ ਜੀ। 3 ਦਿਨ ਲਗਾਤਾਰ ਚੱਲਿਆ ਜੀ ਇਹ। ਤੇ ਉਸ ਤੋਂ ਬਾਅਦ ਹੁਣ ਸ਼ਾਇਦ ਕੱਲ੍ਹ ਨੂੰ ਸਾਡਾ ਥਿਊਰੀ ਦਾ ਆਪਣਾ पेपर भी है जी, एग्ज़ाम भी है। थैंक यू सर। ओके सर, क्या नाम है आपका जी? पुष्पेंद्र सिंह चौहान जी। कहाँ से आए सर? राजस्थान अजमेर जी। यहाँ पर कुराली पहुँचे सर, किस लिए जी? कौन सा कोर्स कर रहे हो सर? ये AIFF द्वारा फुटबॉल फेडरेशन द्वारा डी लाइसेंस कोर्स कराया जाता है, जो हम अजमेर से 7 जने आए हैं डी लाइसेंस कोर्स करने। सर बेनिफिट्स क्या है इस कोर्स के? इसके बेनिफिट्स हैं जो हम फुटबॉल में सिखा रहे हैं, ये कोचिंग लाइसेंस है। तो इसमें आपकी फ़ुटबॉल की बेसिक ड्रिबलिंग और अपने प्रैक्टिकल लेसन, थ्योरी लेसन, ये सब कुछ यहाँ सिखाया जा रहा है। तो कैसा फील हो रहा है सर यहाँ? सर आकर बहुत अच्छा फील हो रहा है, अपना सा लग रहा है, मतलब कुछ ऐसा नहीं लग रहा हम बाहर स्टेट से आए हैं, तो मतलब यहाँ सब अपना सा लग रहा है। और रहने खाने की सुविधा बहुत बढ़िया है, कोई दिक्कत नहीं है। फुल एंजॉय कर रहे हो कोर्स को? फुल एंजॉय सर। लगता है कि इस कोर्स को करने के बाद कुछ आगे बेनिफिट? नहीं, इसको करने इसलिए आए हैं सर इस कोर्स को यहाँ पर पंजाब के, आगे कुछ ना कुछ कोचिंग के में आगे बढ़ेंगे और अब अपने राजस्थान अजमेर में जाकर बच्चे तैयार करेंगे फुटबॉल के लिए। ओके सर, थैंक यू।
सर कहाँ से आए हो, क्या नाम है आपका जी? मैं हैदराबाद से आया हूँ और योर नेम? मेरा नाम कार्तिक है. सो सर व्हाट्स द पर्पस ऑफ दिस कोर्स? The purpose of this course is to become a certified licensed coach. It's called a D license course, recognized by the All India Football Federation. Okay. So how many days you are spent here? I've spent 5 days here, and then tomorrow will be my 6th day and the last day. So what's your total experience here? Oh, it's been really special because I've got to interact with people from Punjab and my fellow students from Punjab and other parts of India. So and this is my first trip to North India and Kurali. So it's been very culturally enriching as well to interact with What difference you are looking between Hyderabad and Punjab? Hyderabad and Punjab. I think this is more of a rural town setting, and in Hyderabad we don't have such huge grounds. Very limited grounds are so big, and we get the opportunity to practice in official sized football field. So that is a really precious experience for me. So what's your residence and other facilities here? So you mean what I do there? I mean, your residential situation here and meals, what the experience? Is it Here? better Here, sir. here? Yeah, residential experience has been okay, and the meals have Accommodation been. is good or not? Sorry, sir. Your accommodation here is good or not? My accommodation is yeah, And meals? acceptable. Okay, yeah, and Jashmeet sir has provided us very nutritious, healthy meals. I appreciate his efforts in coordinating between you know arranging accommodation, meals, and then arranging a place for our theory classes and arranging this wonderful ground for our practical sessions and assessments. So Sir, what you you know say in a 2 words for the overall experience with these guys? overall experience has been very enriching and excellent. Thank you. Thanks. ਸੋ ਵੱਖ-ਵੱਖ ਰਾਜਾਂ ਤੋਂ ਆਏ ਹੋਏ ਜਿੱਥੇ ਕੋਚ ਸਾਹਿਬਾਨ ਦੇ ਨਾਲ ਗੱਲ ਕੀਤੀ ਆ, ਉੱਥੋਂ ਹੀ ਜੋ ਟ੍ਰੇਨਰ ਦੇ ਤੌਰ ਤੇ ਆਏ ਹੋਏ ਨੇ, ਜੋ ਟ੍ਰੇਨਿੰਗ ਦੇ ਰਹੇ ਨੇ, ਦਿੱਲੀ ਤੋਂ ਕੋਚ ਸਾਹਿਬਾਨ ਸਾਡੇ ਨਾਲ ਨੇ। ਸਰ ਸਭ ਤੋਂ ਪਹਿਲਾਂ ਸਵਾਗਤ ਹੈ ਚੈਨਲ ਤੇ धन्यवाद सर। ਜੀ। आपका नाम? मेरा नाम है उत्तम सिंह नेगी जी। और मैं दिल्ली से आया हूँ। जी। क्या कौन सा कोर्स सर करवा रहे हो जहाँ पर? सर ये ऑल इंडिया फुटबॉल फेडरेशन का डी सर्टिफिकेट कोर्स है, जो कि बेसिकली 6 दिन का कोर्स है। ओके। इसमें हम कोचिज़ को तरीका सिखाते हैं कि उन्होंने छोटे बच्चों को किस तरह से कोचिंग करानी है, और फिर यहाँ से जाने के बाद उनको हम थोड़ा आइडियाज़ देते हैं और उनको कांटेक्ट में भी रखते हैं कि ताकि अगर उनको कोई प्रॉब्लम हो तो वो हमें कांटेक्ट कर सकते हैं। तो हम जितनी हो सके उनकी हेल्प करते हैं एक अच्छा कोच बनने में। और जब हमारे पास इंडिया में अच्छे कोचेज़ होंगे तो हमारे पास अच्छे प्लेयर भी डेवलप होंगे, और ऑटोमेटिकली उससे क्या है फुटबॉल ही डेवलप होगा इंडिया में। आपने सर बोला कि छोटे बच्चों के साथ प्रैक्टिस करवाते हैं, इट मीन्स कि ये बेसिक कोर्स है आपका? हाँ जी, ये बेसिक एक हिसाब से आप लगा लो कि इंट्रोडक्टरी टाइप का कोर्स है ये। तो इसमें सिर्फ जो हम फोकस करते हैं सिर्फ टेक्निक पे ही काम करते हैं ज़्यादातर, जैसे पासिंग, ड्रिबलिंग हो गया, 1 वर्सेस 1 हो गया, डिफेंडिंग हो गया, इन सब एलिमेंट्स पे ही काम करते हैं हम ज़्यादातर। कितनी स्टेट से सर पार्टिसिपेंट्स आए हुए हैं यहाँ पर? यहाँ पर सर एक तो आपके पंजाब के हैं, चंडीगढ़ के हैं, एक हैदराबाद से हैं और राजस्थान से कुछ लोग हैं। टोटल 24-25 बता रहे हैं। 24 कैंडिडेट्स हैं टोटल। जी। हाँ जी। तो सर इसका आगे बेनिफिट्स क्या मिलता है इनको? आगे बेनिफिट्स ये है कि अभी जैसे कि ऑल इंडिया फुटबॉल फेडरेशन ने सर्टिफिकेशन किया हुआ है क्लब्स का भी और अकेडमीज़ का भी। साथ ही में ऑल इंडिया फुटबॉल फेडरेशन ने क्या है कि सभी स्टेट को बोला हुआ है कि अभी जो नेशनल के लिए जो टीमें जाएंगी उनके साथ सर्टिफाइड कोचेज ही होंगे। तो उसके लिए ये आप कह सकते हैं कि ये फर्स्ट स्टेप है। तो डी के बाद वो सी में जाएंगे, फिर सी पास करने के बाद बी और फिर ए, इस तरह से ही वो आगे आगे स्टेप बढ़ते जाएंगे। जैसे जैसे वो इम्प्रूव होते जाएंगे उनको फर्दर सर्टिफिकेशन होता रहेगा और वो
कोचेज जो हैं जिनके पास सर्टिफिकेट होगा, लाइसेंस होंगे, वो अच्छी एकेडमीज़, अच्छे क्लब्स और स्टेट टीम के साथ काम कर पाएंगे। मीन्स वो अपने प्रोफेशन के तौर पे भी अपनी अर्निंग के तौर पे इसको अपना सकते हैं। जी सर, जी सर। जैसे कि आज के टाइम में कई स्कूल हैं जो सर्टिफिकेट कोचेज़ मांगते हैं। जी। कोर्सेज़ करने के बाद, यही सर्टिफिकेट कोर्सेज़ करने के बाद कुछ कोचेज़ क्या हैं कि अपनी एकेडमीज़ भी खोल लेते हैं, जहाँ से उनकी अर्निंग भी हो जाती है। कुछ स्कूल में भी उनको जॉब मिल जाती है। तो ये सारी चीज़ें हैं, तो इसी से उनकी बेसिकली अर्निंग भी होना स्टार्ट हो जाती है। इसमें सर थ्योरी प्रैक्टिकल दोनों होता है या प्रैक्टिकल प्रैक्टिकल है जी? सर इसमें दोनों चीज़ें हैं। इसमें बेसिकली इनको असेस किया जाता है, जिसमें इनके 2 प्रैक्टिकल एग्ज़ाम्स होते हैं और 1 थ्योरी एग्ज़ाम है इनका। तो उसके बाद हम इनको थोड़ा फीडबैक भी देते हैं कि इनको आगे कैसे इम्प्रूव करना है उन प्रैक्टिकल्स में भी। तो जो एग्ज़ाम लेते हो सर उसमें ग्रेडिंग होती है, ABCD कैसे होता है उसका जो रिजल्ट आएगा आपका? उसमें बेसिकली हम ग्रेडिंग ही करते हैं। उसमें ऐसा नहीं है कि हमने किसी को A ग्रेड कर दिया, B की ग्रेड कर दिया। तो हम उसमें रेट करते हैं कि जैसे 24 कोच हैं तो 24 को हम सीरियल वाइज ऑर्डर दे देंगे कि जो ऊपर होंगे तो वो थोड़ा आगे बेटर हैं, जो नीचे हैं वो थोड़ा, उनको और थोड़ा मेहनत करने की ज़रूरत है। ऐसा नहीं कि वो फेल हैं, फेल कोई नहीं है, बस वो ग्रेडिंग टाइप हो जाता है एक हिसाब से कि उनकी एबिलिटी के हिसाब से हम उनको ग्रेड कर देते हैं। आप सर दिल्ली से जहाँ पर आए हो ट्रेनिंग देने के लिए, कोई रहने सहने का आपको कठिनाई हो, कुछ खाने पीने में कोई दिक्कत आई हो? नहीं, अभी तक तो ऐसा कुछ हुआ नहीं। सब कुछ जो हमारे यहाँ आपके कुराली से जो कोच साहब हैं, जो मेरे साथ जसमीत जी हैं, वो असिस्ट कर रहे हैं जो मुझे, उन्होंने सब कुछ ठीक से बंदोबस्त की हुई है यहाँ पे। तो अभी गर्मी का सीजन है तो नेचुरली ये तो गेम ही गर्मी में खेलने वाली है पूरा। जब ग्राउंड में प्लेयर इधर से उधर भागते हैं तो गर्मी वैसे ही आ जाती है। तो अभी मौसम भी थोड़ा सा चेंज है जहाँ पर, तो उसमें तो कोई दिक्कत नहीं आई आपको? नहीं नहीं नहीं, तो जो नेचुरल चीज़ें उसमें तो वो किसी के कंट्रोल में है नहीं। उसके अलावा जो भी हैं सारी चीज़ें ठीक हैं, व्यवस्था बिल्कुल ठीक है, खाना रहना खाना ठीक ही है। ਥੈਂਕ ਯੂ ਸਰ। ਸੋ ਬਿਲਕੁਲ ਜਿਸ ਤਰ੍ਹਾਂ ਕੋਚ ਸਾਹਿਬਾਨ ਆਏ ਹੋਏ ਨੇ ਦਿੱਲੀ ਤੋਂ, ਉਹਨਾਂ ਨੇ ਦੱਸਿਆ ਹੈ ਕਿ ਬੜਾ ਵਧੀਆ ਅਰੇਂਜਮੈਂਟ ਜਿਹੜਾ ਕੁਰਾਲੀ ਦੇ ਵਿੱਚ ਕੀਤਾ ਜਾ ਰਿਹਾ ਹੈ। ਤੇ ਉਸ ਤੋਂ ਬਾਅਦ ਕੁਰਾਲੀ ਤੋਂ ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਤੋਂ ਜਿੱਥੇ ਜਨਰਲ ਸਕੱਤਰ ਨੇ, ਉਸ ਤੋਂ ਬਾਅਦ ਫੈਡਰੇਸ਼ਨ ਦੇ ਵਿੱਚ ਵੀ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਜਸਮੀਤ ਸਿੰਘ ਮਿੰਟੂ ਦੁਆਰਾ ਨਿਭਾਈ ਜਾਂਦੀ ਹੈ। ਸਰ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੇ ਕੀ ਲਾਇਸੈਂਸ ਆ, ਕਿਸ ਤਰ੍ਹਾਂ ਦੇ ਅੱਗੇ ਨੂੰ ਬੈਨੀਫਿਟਸ ਮਿਲ ਰਹੇ ਨੇ ਬੱਚਿਆਂ ਨੂੰ? ਦੇਖੋ, ਇਹ ਜਿੱਦਾਂ ਆਪਣਾ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਕੋਚਿੰਗ ਲਾਇਸੈਂਸ D ਲੈਵਲ ਦਾ ਕੋਚਿੰਗ ਲਾਇਸੈਂਸ ਅਸੀਂ ਕਰਵਾ ਰਹੇ ਹਾਂ। ਵਧੀਆ ਪ੍ਰਬੰਧ ਹੈ। ਅਸੀਂ ਇੱਥੇ ਸਾਰਾ ਬੱਚਿਆਂ ਦਾ ਰਹਿਣ ਖਾਣ ਪੀਣ ਦਾ ਸਾਰਾ ਅਰੇਂਜ ਕੀਤਾ ਹੋਇਆ ਹੈ। ਇੱਥੇ ਮਾਰਨਿੰਗ ਦੇ ਵਿੱਚ ਇੱਥੇ ਪ੍ਰੈਕਟੀਕਲ ਹੁੰਦੇ ਆ ਤੇ ਦਿਨ ਦੇ ਵਿੱਚ ਥਿਊਰੀ ਸੈਸ਼ਨ ਹੁੰਦੇ ਸੀ। ਤੇ ਹੁਣ ਕੱਲ ਦਾ ਦਿਨ ਇੱਕ ਰਹਿ ਗਿਆ, ਜਦ ਕਿ ਥੋੜੇ ਪ੍ਰੈਕਟੀਕਲ ਰਹਿ ਗਏ ਨੇ ਤੇ ਬਾਅਦ ਵਿੱਚ ਥਿਊਰੀ ਪੇਪਰ ਹੋਏਗਾ ਤੇ ਸਭ 'ਚ ਕਲੋਜ਼ਿੰਗ ਹੋਏਗੀ ਫਿਰ। ਬੇਸ਼ੱਕ ਦੀ ਅਲੱਗ-ਅਲੱਗ ਸਟੇਟਸ ਤੋਂ ਆਏ ਹੋ ਰਹੇ ਨੇ, ਕੁਝ ਵੈਜ ਹੋਣਗੇ, ਕੁਝ ਨਾਨ ਵੈਜ ਹੁੰਦੇ ਨੇ, ਕੋਈ ਕਠਿਨਾਈ ਨਹੀਂ ਹੁੰਦੀ ਇਹਨਾਂ ਨੂੰ ਇਸ ਤਰ੍ਹਾਂ ਕਰਨਾ? ਬੇਸ਼ੱਕ ਦੀ ਕੋਚਿਸ ਨੇ ਕਿਹਾ ਵੀ ਹੈ, ਕਹਿੰਦੇ ਸਾਨੂੰ ਬੜਾ ਹਾਈਜੀਨਿਕ ਤੇ ਬੜਾ ਨਿਊਟ੍ਰੀਸ਼ਨ ਜਿਹੜਾ ਫੂਡ ਆ ਦਿੱਤਾ ਜਾਂਦਾ ਹੈ। ਕਿਸ ਤਰ੍ਹਾਂ ਅਰੇਂਜ ਕਰਦੇ ਹੋ ਸਾਰਾ? ਨਹੀਂ ਦੇਖੋ, ਇਹ ਕਰਨਾ ਪੈਂਦਾ ਸਾਨੂੰ। ਸਾਡਾ ਆਪਣਾ ਇੱਕ ਪ੍ਰੋਟੋਕਾਲ ਹੈ। ਅਸੀਂ ਹਰੇਕ ਦੀ ਡਿਮਾਂਡ ਦੇ ਹਿਸਾਬ ਨਾਲ ਜੋ ਰਿਕੁਆਇਰਮੈਂਟ ਹੈ ਤੇ ਵੈਜ ਵਾਲਿਆਂ ਨੂੰ ਵੈਜ, ਨਾਨ ਵੈਜ ਵਾਲਿਆਂ ਨੂੰ ਨਾਨ ਵੈਜ ਅਸੀਂ ਪ੍ਰੋਵਾਈਡ ਕਰਦੇ ਹਾਂ। ਕਿਉਂਕਿ ਦੇਖੋ ਹਰੇਕ ਬੰਦੇ ਦਾ ਆਪਣਾ ਆਪਣਾ ਏਰੀਆ, ਜਿੱਦਾਂ ਤੁਹਾਨੂੰ ਪਤਾ ਹੈ ਰਾਜਸਥਾਨ ਤੋਂ ਹੈ, ਕੁਝ ਹੈਦਰਾਬਾਦ ਤੋਂ ਹੈਗੇ ਆ, ਪੰਜਾਬ ਤੋਂ ਵੀ ਹੈਗੇ ਆ, ਠੀਕ ਹੈ, ਕੁਝ ਹਰਿਆਣੇ ਤੋਂ ਵੀ ਹੈਗੇ ਆ। ਤਾਂ ਉਹਨਾਂ ਦੇ ਅਕੋਰਡਿੰਗ ਸਾਨੂੰ ਇੱਕ ਅਰੇਂਜ ਕਰਨਾ ਪੈਂਦਾ ਜੀ। ਤੇ ਕੀ ਕਹਿਣਾ ਕੀ ਚਾਹੋਗੇ ਸਰ ਜਿਹੜੇ ਪਾਰਟਿਸਪੈਂਟਸ ਆਏ ਨੇ, ਉਹਨਾਂ ਨੂੰ ਉਹਨਾਂ ਦੇ ਫਿਊਚਰ ਦੇ ਲਈ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਕੋਲ ਕਈ ਜੋ ਕੋਚਿਸ ਇੱਥੇ ਆਏ ਨੇ ਉਹ ਪ੍ਰੋਫੈਸ਼ਨਲ ਲੈਵਲ ਤੇ ਖੇਡ ਰਹੇ ਹਨ ਤੇ ਚੰਗੇ ਲੈਵਲ ਤੇ ਖੇਡੇ ਹਨ। ਤੇ ਹੋਰ ਵੀ ਜਿੰਨੇ ਵੀ ਕੋਚਿਸ ਸਾਡੇ ਕੋਲ ਆਏ ਨੇ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਸਿਖਾਈਏ ਤਾਂ ਕਿ ਉਹ ਫਿਰ ਇੱਥੋਂ ਸਿੱਖ ਕੇ ਕੱਲ੍ਹ ਨੂੰ ਆਪਣੀ ਅਕੈਡਮੀਆਂ 'ਚ ਜਾਣ ਤੇ ਵਧੀਆ ਪਲੇਅਰ ਪੈਦਾ ਕਰਨ ਤਾਂ ਕਿ ਆਪਣਾ ਇੰਡੀਆ ਦਾ ਫੁੱਟਬਾਲ ਅੱਗੇ ਜਾਵੇ ਇਹਦੇ ਵਿੱਚ। ਕਈ ਵੱਡੇ ਕੱਪ ਇਸ ਗਰਾਊਂਡ ਦੇ ਵਿੱਚ ਦੇਖਿਆ ਜੀ ਕਿ ਆਉਣ ਵਾਲੇ ਸਮੇਂ ਦੇ ਲਈ ਵੀ ਕੁਝ ਇਸ ਤਰ੍ਹਾਂ ਦੀ ਪਲਾਨਿੰਗ ਹੈ ਕਿ ਹੋਰ ਜ਼ਿਲ੍ਹਾ ਲੈਵਲ ਦੇ ਕੰਪੀਟੀਸ਼ਨ ਤਾਂ ਆਪਾਂ ਦੇਖ ਹੀ ਚੁੱਕੇ ਹਾਂ, ਸਟੇਟ ਲੈਵਲ ਦੇ ਜਾਂ ਨੈਸ਼ਨਲ ਪੱਧਰ ਦੇ ਮੁਕਾਬਲੇ ਇੱਥੇ ਦੇਖਣ ਨੂੰ ਮਿਲ ਸਕਦੇ ਨੇ? ਨਹੀਂ ਬਿਲਕੁਲ ਜੀ, ਦੇਖੋ ਸਾਡੀ ਤਕਰੀਬਨ ਗੱਲਬਾਤ ਚੱਲ ਰਹੀ ਹੈ ਤੇ ਆਉਣ ਵਾਲੇ ਦਿਨਾਂ ਤੁਹਾਨੂੰ ਬਹੁਤ ਜਲਦੀ ਪਰਮਾਤਮਾ ਨੇ ਕਿਰਪਾ ਕੀਤੀ ਤਾਂ ਉਹਨਾਂ ਇੱਥੇ ਇੱਕ ਨੈਸ਼ਨਲ ਲੈਵਲ ਦਾ ਟੂਰਨਾਮੈਂਟ ਫੁੱਟਬਾਲ ਦਾ ਬਹੁਤ ਜਲਦੀ ਦੇਖਣ ਨੂੰ ਮਿਲੇਗਾ। ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ। ਬਹੁਤ ਜਲਦੀ ਅਸੀਂ ਉਹਦੀ ਡੇਟਾਂ ਵੀ ਤੁਹਾਨੂੰ ਅਨਾਉਂਸ ਕਰਾਂਗੇ। ਸਟੇਟ ਲੈਵਲ ਦੇ ਅਸੀਂ ਕਰਵਾਉਂਦੇ ਰਹਿੰਦੇ ਤੇ ਅਸੀਂ ਨੈਸ਼ਨਲ ਲੈਵਲ ਦੇ ਵੀ ਅਸੀਂ ਇਹ ਟੂਰਨਾਮੈਂਟ ਇੱਥੇ ਕਰਾਵਾਂਗੇ। ਥੈਂਕ ਯੂ ਸਰ। ਸੋ ਬਿਲਕੁਲ ਜਿਸ ਤਰ੍ਹਾਂ ਕਿ ਬਾਕੀ ਸਾਰੇ ਕੋਚ ਸਾਹਿਬਾਨ ਨੇ ਤੇ ਜਸਮੀਤ ਸਿੰਘ ਮਿੰਟੂ ਦੁਆਰਾ ਦੱਸਿਆ ਗਿਆ ਹੈ ਕਿ ਜਿੱਥੇ ਕਾਫੀ ਕੱਪ ਇਸ ਗਰਾਊਂਡ ਦੇ ਵਿੱਚ ਸ਼ਹਿਰ ਨਿਵਾਸੀਆਂ ਨੇ ਦੇਖੇ ਨੇ, ਇਲਾਕਾ ਨਿਵਾਸੀਆਂ ਨੇ ਦੇਖੇ ਨੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਨੈਸ਼ਨਲ ਕੱਪ ਵੀ ਇੱਥੇ ਦੇਖਣ ਨੂੰ ਮਿਲ ਸਕਦੇ ਨੇ। ਕੋਚ ਸਾਹਿਬਾਨ ਨੇ ਕਿਹਾ ਹੈ ਕਿ ਉਸ ਨੂੰ ਆਪਣੇ ਕੈਰੀਅਰ ਵਜੋਂ ਫੁੱਟਬਾਲ ਨੂੰ ਅਪਣਾਇਆ ਤੇ ਵੱਡਾ ਜਿਹੜਾ ਫਿਊਚਰ ਹੈ, ਬੜਾ ਬ੍ਰਾਈਟ ਫਿਊਚਰ ਫੁੱਟਬਾਲ ਦਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਰਹੇ ਨੇ। ਇਸੇ ਕਰਕੇ ਜੋ D, B, C, A ਲੈਵਲ ਦੇ ਕੋਰਸ ਨੇ ਉਹ ਕੀਤੇ ਜਾ ਰਹੇ ਨੇ ਉਹਨਾਂ ਦੁਆਰਾ। ਸੋ ਬਣੇ ਰਹੋ ਇਸੇ ਤਰ੍ਹਾਂ ਪੰਜਾਬ ਅਪ ਨਿਊਜ਼ ਦੇ ਨਾਲ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਇੱਕ ਫੁੱਟਬਾਲ ਪ੍ਰੇਮੀ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਅਜਿਹੇ ਕੋਰਸ ਜਿਹੜੇ ਕਰਵਾਏ ਜਾਂਦੇ ਨੇ ਉਹਨਾਂ ਦੇ ਪ੍ਰਤੀ ਉਹਨਾਂ ਦੇ ਵਿੱਚ ਜਾਗਰੂਕਤਾ ਫੈਲ ਸਕੇ ਤੇ ਉਹ ਵੀ ਇਸ ਕੋਰਸ ਕਰਨ ਦੇ ਲਾਇਕ ਹੋ ਸਕਣ। ਇਸ ਜਿਹੀਆਂ ਜੋ ਇਨਫੋਰਮੇਸ਼ਨਸ ਨੇ ਉਹਨਾਂ ਤੋਂ ਵਾਂਝੇ ਨਾ ਰਹਿ ਜਾਣ। ਦੇਖਦੇ ਰਹੋ ਪੰਜਾਬ ਅਪ ਨਿਊਜ਼। ਕੁਰਾਲੀ ਤੋਂ ਜਗਦੀਸ਼ ਸਿੰਘ ਦੀ ਰਿਪੋਰਟ।